ਸਤਿ ਸ਼੍ਰੀ ਅਕਾਲ ਸਟੂਡੈਂਟਸ, ਆਈ ਐਮ ਰੋਹਿਤ ਕੁਮਾਰ। ਬੇਟਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਯੂਨਿਟ 1 10th ਕਲਾਸ ਇੰਟਰੋਡਕਸ਼ਨ ਟੂ ਟੂਰਿਜ਼ਮ ਐਂਡ ਹੌਸਪਿਟੈਲਿਟੀ ਸੈਸ਼ਨ ਇੰਪੋਰਟੈਂਸ ਆਫ ਟੂਰਿਜ਼ਮ। ਸੋ ਬੱਚੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੂਰਿਜ਼ਮ ਇੰਡਸਟਰੀ ਡੇ ਬਾਏ ਡੇ ਕਿੰਨੀ ਗਰੋ ਕਰ ਰਹੀ ਆ, ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਇੱਕ ਇਸ ਤਰ੍ਹਾਂ ਦਾ ਸ਼ਹਿਰ ਹੈ ਜਿਹੜਾ ਅੱਜ ਦੇ ਦਿਨ ਟੂਰਿਸਟ ਹੱਬ ਬਣ ਚੁੱਕਾ ਹੈ। ਉੱਥੇ ਰੋਜ਼ਾਨਾ 1 ਲੱਖ ਤੋਂ ਉੱਪਰ ਯਾਤਰੀ ਯਾਤਰਾ ਕਰਨ ਲਈ ਆਉਂਦੇ ਹਨ, ਕਿਉਂਕਿ ਉੱਥੇ ਕਾਫੀ ਟੂਰਿਸਟ ਪਲੇਸਿਸ ਹਨ, ਹਿਸਟੋਰੀਕਲ ਪਲੇਸਿਸ ਹਨ। ਔਰ ਸੈਰ ਸਪਾਟਾ ਦੀ ਜੇ ਪਰਿਭਾਸ਼ਾ ਦੀ ਗੱਲ ਕੀਤੀ ਜਾਵੇ, ਸੈਰ ਸਪਾਟਾ ਇੱਕ ਇਸ ਤਰ੍ਹਾਂ ਦੀ ਪਰਿਭਾਸ਼ਾ ਹੈ ਕਿ ਮਨੁੱਖ ਹਮੇਸ਼ਾ ਆਦਿ ਕਾਲ ਤੋਂ ਹੀ ਸੈਰ ਸਪਾਟਾ ਕਰਦਾ ਆ ਰਿਹਾ ਹੈ। ਚਾਹੇ ਉਹ ਆਪਣੇ ਖਾਣੇ ਦੀ ਤਲਾਸ਼ ਹੋਵੇ, ਚਾਹੇ ਆਪਣੀ ਸਿਰ ਦੀ ਛੱਤ ਲੱਭਣ ਦੀ, ਚਾਹੇ ਆਪਣੇ ਸੁਰੱਖਿਆ ਦੇ ਰਿਗਾਰਡਿੰਗ ਜਾਂ ਆਪਣੇ ਕਿਸੇ ਬਿਜ਼ਨਸ ਦੇ ਰਿਗਾਰਡਿੰਗ। ਔਰ ਹੌਸਪਿਟੈਲਿਟੀ ਕੀ ਚੀਜ਼ ਹੈ? ਹੌਸਪਿਟੈਲਿਟੀ ਅਸੀਂ ਉਸ ਨੂੰ ਆਖਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ, ਜਦੋਂ ਤੁਸੀਂ ਕਿਤੇ ਯਾਤਰਾ ਕਰਨ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਿਸੇ ਘੁੰਮਣ ਫਿਰਨ ਦੇ ਨਾਲ ਨਾਲ ਤੁਹਾਨੂੰ ਕਿਸੇ ਉੱਤੇ ਰਹਿਣ ਲਈ ਹੋਟਲ ਦਾ ਇੰਤਜ਼ਾਮ ਵੀ ਹੋਣਾ ਜ਼ਰੂਰੀ ਹੈ। ਹੋਟਲ ਦਾ ਇੰਤਜ਼ਾਮ ਹੋਏਗਾ ਤਾਈਓ ਤੁਸੀਂ ਉੱਥੇ ਰਹਿ ਪਾਓਗੇ ਨਾ। ਇਸੇ ਲਈ ਜਦੋਂ ਤੁਸੀਂ ਕਿਸੇ ਹੋਟਲ ਵਿੱਚ ਘੁੰਮਦੇ ਹੋ ਜਾਂ ਉੱਥੇ ਕਿਸੇ ਸ਼ਹਿਰ ਘੁੰਮਣ ਫਿਰਨ ਲਈ ਜਾਂਦੇ ਹੋ, ਉੱਥੇ ਰਹਿਣ ਲਈ ਤੁਹਾਨੂੰ ਹੋਟਲ ਜ਼ਰੂਰ ਚਾਹੀਦੇ ਹਨ। ਔਰ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, ਜਦੋਂ ਹੋਟਲ ਦੀ ਜਗ੍ਹਾ ਸਰਾਵਾਂ ਜਾਂ ਧਰਮਸ਼ਾਲਾ ਹੁੰਦੀਆਂ ਸਨ, ਜਦੋਂ ਧਰਮਸ਼ਾਲਾ ਹੁੰਦੀਆਂ ਸਨ ਤਾਂ ਉਦੋਂ ਉੱਥੇ ਰਹਿਣ ਦਾ ਇੰਤਜ਼ਾਮ ਹੁੰਦਾ ਸੀ, ਲੇਕਿਨ ਖਾਣ ਪੀਣ ਦਾ ਨਹੀਂ ਹੁੰਦਾ ਸੀ। ਸਰਾਵਾਂ 'ਚ ਵੀ ਰਹਿਣ ਦਾ ਇੰਤਜ਼ਾਮ ਹੁੰਦਾ ਸੀ, ਲੇਕਿਨ ਖਾਣ ਪੀਣ ਦਾ ਇੰਤਜ਼ਾਮ ਨਹੀਂ ਹੁੰਦਾ ਸੀ। ਹੋਟਲ ਇਸ ਤਰ੍ਹਾਂ ਦੇ ਇੱਥੇ ਰਹਿਣ, ਖਾਣ ਪੀਣ ਔਰ ਸਾਰਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਹਨ, ਘੁੰਮਣ ਫਿਰਨ ਦਾ, ਟੈਕਸੀ ਵਗੈਰਾ, ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਸਾਰੀਆਂ ਮਿਲਦੀਆਂ ਹਨ। ਜਦੋਂ ਤੁਸੀਂ ਹੋਟਲ ਦੇ ਅੰਦਰ ਐਂਟਰ ਕਰਦੇ ਹੋ, ਉੱਥੇ ਰਿਸੈਪਸ਼ਨ ਆਉਂਦੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਫਰੰਟ ਆਫਿਸ। ਫਰੰਟ ਆਫਿਸ 'ਤੇ ਜਿਹੜੀ ਲੇਡੀ ਜਾਂ ਕੋਈ ਜੈਂਟਸ ਖੜ੍ਹਾ ਹੁੰਦਾ ਹੈ, ਉਹ ਹੁੰਦਾ ਹੋਸਟ, ਗੈਸਟ ਦਾ ਹੋਸਟ। ਉਹ ਤੁਹਾਨੂੰ ਦੱਸਦਾ ਹੈ ਕਿ ਹਾਂਜੀ ਸਰ, ਮੇ ਆਈ ਹੈਲਪ ਯੂ, ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਉਹਦੇ ਵਿੱਚ ਔਰ ਤੁਹਾਡੇ ਵਿੱਚ ਜਿਹੜੀ ਵਾਰਤਾਲਾਪ ਹੁੰਦੀ ਹੈ ਉਸ ਨੂੰ ਅਸੀਂ ਆਖਦੇ ਹਾਂ ਹੌਸਪਿਟੈਲਿਟੀ। ਓਕੇ ਬੇਟਾ, ਜਿਹੜੀ ਉਹ ਰਿਸੈਪਸ਼ਨਲਿਸਟ ਐਂਡ ਗੈਸਟ ਦੇ ਵਿੱਚ ਜਿਹੜੀ ਵਾਰਤਾਲਾਪ ਹੁੰਦੀ ਹੈ ਉਸ ਨੂੰ ਅਸੀਂ ਆਖਦੇ ਹਾਂ ਹੌਸਪਿਟੈਲਿਟੀ, ਵੀ ਤੁਹਾਨੂੰ ਉਹਨਾਂ ਨੇ ਕੀ ਰਿਸਪੈਕਟ ਦਿੱਤੀ ਹੈ ਹੋਟਲ ਵਾਲਿਆਂ ਨੇ। ਓਕੇ, ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਸੈਰ ਸਪਾਟੇ ਦੀਆਂ ਕਿਸਮਾਂ। ਬੇਟਾ ਇੱਥੇ ਹੁਣ ਤੁਸੀਂ ਦੇਖੋ 3 ਤਰ੍ਹਾਂ ਦੀਆਂ ਕਿਸਮਾਂ ਹਨ ਸੈਰ ਸਪਾਟੇ ਦੀਆਂ। ਪਹਿਲੀ ਕਿਸਮ ਤੁਸੀਂ ਦੇਖ ਰਹੇ ਹੋ ਡੋਮੈਸਟਿਕ ਟੂਰਿਜ਼ਮ। ਡੋਮੈਸਟਿਕ ਟੂਰਿਜ਼ਮ ਅਸੀਂ ਕਿਸ ਨੂੰ ਆਖਦੇ ਹਾਂ? ਜਦੋਂ ਕੋਈ ਵਿਦੇਸ਼ੀ ਕਿਸੇ ਦੇਸ਼ ਦੇ ਅੰਦਰ ਸੈਰ ਸਪਾਟਾ ਕਰਦਾ ਹੈ, ਜਦੋਂ ਕੋਈ ਵਿਅਕਤੀ ਕਿਸੇ ਦੇਸ਼ ਦੇ ਅੰਦਰ ਸੈਰ ਸਪਾਟਾ ਕਰਦਾ ਹੈ। ਹੁਣ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਥਰੂ ਦੱਸਦਾ ਹਾਂ ਕਿ ਵਿਅਕਤੀ, ਜਿਸ ਤਰ੍ਹਾਂ ਤੁਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਤੋਂ ਜਾਂ ਜਲੰਧਰ ਤੋਂ ਜਾਂ ਕਿਸੇ ਹੋਰ ਸ਼ਹਿਰ ਤੋਂ ਦੂਸਰੀ ਸਟੇਟ ਜਾਂ ਸ਼ਹਿਰ ਜਾਣਾ ਹੈ, ਜਿੱਦਾਂ ਦਿੱਲੀ ਤੋਂ ਗੋਆ ਜਾਣਾ ਹੈ, ਤੁਸੀਂ ਡੋਮੈਸਟਿਕ ਟੂਰਿਜ਼ਮ ਕਹਿਲਾਓਗੇ। ਓਕੇ, ਜਾਂ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੈ, ਤੁਸੀਂ ਡੋਮੈਸਟਿਕ ਟੂਰਿਜ਼ਮ ਗਿਣੇ ਜਾਓਗੇ। ਜਦੋਂ ਕੋਈ ਵਿਅਕਤੀ ਆਪਣੇ ਦੇਸ਼ ਦੇ ਅੰਦਰ ਸੈਰ ਸਪਾਟਾ ਕਰਦਾ ਹੈ, ਉਸ ਨੂੰ ਅਸੀਂ ਡੋਮੈਸਟਿਕ ਟੂਰਿਜ਼ਮ ਆਖਦੇ ਹਾਂ। ਐਂਡ ਸੈਕਿੰਡ ਇਜ਼ ਇਨਬਾਊਂਡ ਟੂਰਿਜ਼ਮ। ਇਨਬਾਊਂਡ ਟੂਰਿਜ਼ਮ ਉਹ ਹੁੰਦਾ ਹੈ ਜਦੋਂ ਕੋਈ ਵਿਦੇਸ਼ੀ ਕਿਸੇ ਦੇਸ਼ ਦੇ ਅੰਦਰ ਸੈਰ ਸਪਾਟਾ ਕਰਦਾ ਹੈ। ਵਿਦੇਸ਼ੀ ਮੀਨਸ ਟੂ ਸੇ ਦੂਸਰੇ ਦੇਸ਼ ਤੋਂ ਆਇਆ ਹੋਇਆ ਵਿਅਕਤੀ ਸਾਡੇ ਦੇਸ਼ ਦੇ ਅੰਦਰ ਸੈਰ ਸਪਾਟਾ ਕਰਦਾ ਹੈ। ਐਗਜ਼ਾਮਪਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਆਸਟ੍ਰੇਲੀਆ ਜਾਂ ਕੈਨੇਡਾ ਤੋਂ ਆਇਆ ਹੈ, ਉੱਥੋਂ ਦਾ ਪੱਕਾ ਨਿਵਾਸੀ ਸਾਡੇ ਦੇਸ਼ ਦੇ ਅੰਦਰ ਯਾਤਰਾ ਕਰ ਰਿਹਾ ਹੈ, ਮੀਨਸ ਟੂ ਸੇ ਇੰਡੀਆ ਦੇ ਵਿੱਚ, ਤਾਂ ਅਸੀਂ ਉਸ ਨੂੰ ਇਨਬਾਊਂਡ ਟੂਰਿਜ਼ਮ ਆਖਦੇ ਹਾਂ। ਐਂਡ ਦੈਨ ਲਾਸਟ ਇਜ਼ ਆਊਟਬਾਊਂਡ ਟੂਰਿਜ਼ਮ। ਆਊਟਬਾਊਂਡ ਟੂਰਿਜ਼ਮ ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਸੈਰ ਸਪਾਟਾ ਕਰਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਅੰਦਰ ਸੈਰ ਸਪਾਟਾ ਕਰਦਾ ਹੈ ਉਸ ਨੂੰ ਅਸੀਂ ਆਊਟਬਾਊਂਡ ਟੂਰਿਜ਼ਮ ਆਖਦੇ ਹਾਂ। ਓਕੇ, ਸੋ ਬੇਟਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਦੋਂ ਸੈਰ ਸਪਾਟੇ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਇਨਸਾਨ ਨੇ ਜਿਨ੍ਹਾਂ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ, ਜਿਹੜੇ ਬੱਚੇ ਟਰੈਵਲ ਐਂਡ ਟੂਰਿਜ਼ਮ ਦਾ ਸਬਜੈਕਟ ਪੜ੍ਹ ਰਹੇ ਹੈ ਉਹਨਾਂ ਦੇ ਟੀਚਰਸ ਨੇ ਉਹਨਾਂ ਨੂੰ ਦੱਸਿਆ ਹੋਏਗਾ ਕਿ ਅਗਰ ਸੈਰ ਸਪਾਟੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਥੋਮਸ ਕੁੱਕ ਜੀ ਦਾ ਨਾਂ ਲਿਆ ਜਾਂਦਾ ਹੈ। ਸਾਰਿਆਂ ਨੂੰ ਪਤਾ ਹੋਏਗਾ ਥੋਮਸ ਕੁੱਕ ਜੀ ਕੌਣ ਹੈ, ਬਟ ਫਿਰ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਥੋਮਸ ਕੁੱਕ ਜੀ ਨੂੰ ਸੈਰ ਸਪਾਟਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਜਨਮਦਾਤਾ ਔਰ ਸਾਰੇ ਸੈਰ ਸਪਾਟੇ ਦਾ ਜਿਹੜਾ ਸਿਹਰਾ ਉਹਨਾਂ ਦੇ ਹੀ ਜਿਹੜਾ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ। ਕਿਉਂ ਜਾਂਦਾ ਹੈ? ਕਿਉਂਕਿ ਜਿਹੜੀ ਯਾਤਰਾ ਦੀ ਪਹਿਲੀ ਸ਼ੁਰੂਆਤ ਸੀ ਨਾ, ਜਿਹੜੀ ਯਾਤਰਾ ਸੀ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ ਕਦੋਂ ਸ਼ੁਰੂ ਕੀਤੀ ਸੀ, ਸ਼ੁਰੂਆਤ ਕਿਦੋਂ ਕੀਤੀ ਸੀ, ਉਹ ਵੀ ਮੈਂ ਤੁਹਾਨੂੰ ਡਿਟੇਲ 'ਚ ਦੱਸਦਾ। 5 ਜੁਲਾਈ ਸੰਨ 1841 ਨੂੰ 570 ਯਾਤਰੀਆਂ ਨੂੰ ਲੈ ਕੇ 5 ਜੁਲਾਈ ਸੰਨ 1841 ਈਸਵੀ ਨੂੰ 570 ਯਾਤਰੀਆਂ ਨੂੰ ਲੈ ਕੇ ਲੀਜ਼ੈਸਟਰ ਤੋਂ ਲਾਫ ਬੈਰੋ, ਜੋ ਕਿ ਇੰਗਲੈਂਡ ਦੇ ਦੋ ਸ਼ਹਿਰ ਹਨ, ਲੀਜ਼ੈਸਟਰ ਔਰ ਲਾਫ ਬੈਰੋ, ਜੋ ਕਿ ਇੰਗਲੈਂਡ ਦੇ ਦੋ ਸ਼ਹਿਰ ਹਨ। ਇੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਯਾਤਰਾ ਕੀਤੀ ਸੀ। ਕਿੰਨੇ ਯਾਤਰੀਆਂ ਨੂੰ ਲੈ ਕੇ? 570 ਯਾਤਰੀਆਂ ਨੂੰ ਲੈ ਕੇ। ਆ ਫੋਟੋ 'ਚ ਤੁਸੀਂ ਉਹਨਾਂ ਦੀ ਪਿਕ ਦੇਖ ਰਹੇ ਹੋ, ਇਹ ਨੇ ਥੋਮਸ ਕੁੱਕ। ਐਂਡ ਉਹ ਜਿਹੜਾ ਟੂਰ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਪਿਕਨਿਕ, ਲੰਚ, ਐਂਟਰਟੇਨਮੈਂਟ ਲਈ ਬ੍ਰਾਸ ਬੈਂਡ, ਜਿਹੜਾ ਅੰਗਰੇਜ਼ਾਂ ਦਾ ਹੁੰਦਾ, ਸਮਟਾਈਮਸ ਤੁਸੀਂ ਕਿਤੇ ਜਿਹੜੇ ਵੱਡੇ ਵੱਡੇ ਫੰਕਸ਼ਨਸ ਹੁੰਦੇ ਹੋਟਲਸ 'ਚ ਉਹਨਾਂ 'ਚ ਦੇਖਿਆ ਹੋਊਗਾ, ਜਾਂ ਜਿਹੜੇ ਫਿਲਮਾਂ ਦੇ ਵਿੱਚ ਕਦੀ ਵਾਰ ਦੇਖਿਆ ਹੋਊਗਾ। ਬ੍ਰਾਸ ਬੈਂਡ ਉਸ ਨੂੰ ਆਖਦੇ ਜਿਹੜੀ ਯੂਨੀਫਾਰਮ ਦੇ ਵਿੱਚ, ਬਲੈਕ ਯੂਨੀਫਾਰਮ ਦੇ ਵਿੱਚ ਆਪਣਾ ਸਿਸਟਮ ਸਾਰਾ ਤਿਆਰ ਕਰਦੇ ਹਨ, ਔਰ ਬੈਂਡ ਹੁੰਦੇ ਨੇ ਬਲੈਕ ਯੂਨੀਫਾਰਮ 'ਚ ਹੁੰਦੀ ਹੈ ਉਹਨਾਂ ਦਾ। ਔਰ ਇਹ ਟੂਰ ਜਿਹੜਾ ਸੀ ਇੱਕ ਰੇਲ ਗੱਡੀ 'ਤੇ ਕੀਤਾ ਗਿਆ ਸੀ, ਰੇਲ ਗੱਡੀ 'ਤੇ ਇੱਕ ਟੂਰ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਟੂਰ ਨੂੰ ਇੰਨੀ ਪਬਲਿਸਿਟੀ ਮਿਲੀ ਕਿ ਦੁਬਾਰਾ ਉਹਨਾਂ ਨੇ ਫਿਰ ਟੂਰ ਕੀਤਾ ਇੱਕ, ਫਿਰ ਉਹਨਾਂ ਨੇ ਯਾਤਰਾ ਦੀ ਸ਼ੁਰੂਆਤ ਕੀਤੀ, ਜੋ ਕਿ 1843 ਈਸਵੀ ਨੂੰ ਕੀਤੀ, ਜਿਹੜੀ ਕਦੋਂ ਸੀ? ਜਿਹੜੀ ਸੀ 3000 ਵਿਦਿਆਰਥੀਆਂ ਦੀ। ਇਸ ਵਾਰ ਉਹਨਾਂ ਨੇ 3000 ਵਿਦਿਆਰਥੀ ਖੜ੍ਹੇ। ਕਦੋਂ ਖੜ੍ਹੇ? 1843 ਈਸਵੀ ਨੂੰ। ਇਹ ਵੀ ਇੰਗਲੈਂਡ ਦੇ ਸ਼ਹਿਰ 'ਚ ਖੜ੍ਹੇ ਸੀ। ਉਹ ਸੀ ਲੀਸੈਸਟਰ ਤੋਂ ਡਰਬੀ, ਜਿਹੜੇ ਇੰਗਲੈਂਡ ਦੇ ਦੋ ਸ਼ਹਿਰ ਸਨ। ਜਿਹੜਾ ਸੈਕਿੰਡ ਟੂਰ ਕੀਤਾ ਸੀ ਉਹ ਸੀ ਲੀਜ਼ੈਸਟਰ ਤੋਂ ਡਰਬੀ ਤੱਕ ਦਾ ਇੰਗਲੈਂਡ ਦੇ ਸ਼ਹਿਰ ਸੀ। ਇਸੇ ਕਰਕੇ ਹੀ ਇਹਨਾਂ ਨੂੰ ਟੂਰਿਜ਼ਮ ਦਾ ਪਿਤਾਮਾ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਨੇ ਕਾਫੀ ਇਸ ਤਰ੍ਹਾਂ ਦੀਆਂ ਯਾਤਰਾ ਕਰਕੇ ਸੈਰ ਸਪਾਟਾ ਨੂੰ ਇੰਪੋਰਟੈਂਸ ਦਿੱਤੀ, ਇਸ ਨੂੰ ਵਧਾਇਆ ਕਿ ਅੱਜ ਅਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਇਹਨਾਂ ਦਾ ਨਾਂ ਪੜ੍ਹ ਰਹੇ ਹਾਂ। ਔਰ ਹੋਰ ਵੀ ਇਸ ਤਰ੍ਹਾਂ ਦੇ ਕਈ ਹੋਟਲ ਵਾਊਚਰ ਔਰ ਵਿਦੇਸ਼ੀ ਮੁਦਰਾ ਇਹਨਾਂ ਨੇ ਸ਼ੁਰੂ ਕੀਤੀ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਦੋਂ ਸਮਟਾਈਮਸ ਤੁਸੀਂ ਦੇਖਦੇ ਹੋ ਕਿ ਹੋਟਲ ਵਾਊਚਰ ਐਂਡ ਵਿਦੇਸ਼ੀ ਮੁਦਰਾ ਦਾ ਸਿਸਟਮ ਇਹ ਹੈ ਕਿ ਜਦੋਂ ਤੁਸੀਂ ਕਿਤੇ ਆਪਣੀ ਬਾਹਰ ਦੀ ਕਰੰਸੀ ਕਿਤੇ ਆਪਣਾ ਇੰਡੀਆ ਦੇ ਵਿੱਚ ਲੈ ਕੇ ਆਓਗੇ ਤਾਂ ਉਹ ਤੁਹਾਨੂੰ ਚੇਂਜ ਕਰਵਾਉਣੀ ਪਊਗੀ, ਉਹਨੂੰ ਅਸੀਂ ਕਹਿੰਦੇ ਹਾਂ ਵਿਦੇਸ਼ੀ ਮੁਦਰਾ। ਜਿਸ ਤਰ੍ਹਾਂ ਵਿਦੇਸ਼ੀ ਮੁਦਰਾ ਹੋਗਾ ਡਾਲਰ, ਪਾਊਂਡ, ਯੂਰੋ, ਇਸ ਨੂੰ ਅਸੀਂ ਵਿਦੇਸ਼ੀ ਮੁਦਰਾ ਆਖਦੇ ਹਨ। ਸੋ ਇਸੇ ਤਰ੍ਹਾਂ ਜਿਹੜਾ ਸੈਰ ਸਪਾਟੇ ਦੀ ਜਿੰਨੀ ਵੀ ਪਬਲਿਸਿਟੀ ਥੋਮਸ ਕੁੱਕ ਜੀ ਨੇ ਵੱਧ ਤੋਂ ਵੱਧ ਉਹਨਾਂ ਨੂੰ ਗਰੋ ਕਰਨ ਦੀ ਕੋਸ਼ਿਸ਼ ਕੀਤੀ, ਔਰ ਅੱਜ ਅਸੀਂ ਇਹਨਾਂ ਨੂੰ ਸੈਰ ਸਪਾਟੇ ਦੇ ਪਿਤਾਮਾ ਤੋਂ ਜਾਣਦੇ ਹਾਂ। ਐਂਡ ਨੈਕਸਟ ਇਜ਼ ਵਰਲਡ ਟੂਰਿਜ਼ਮ ਡੇ। ਜਿਸ ਤਰ੍ਹਾਂ ਕਿ ਬੇਟਾ ਤੁਸੀਂ ਸਾਲ ਦੇ ਵਿੱਚ ਲੋਹੜੀ ਮਨਾਉਂਦੇ ਹੋ, ਚਿਲਡਰਨ ਡੇ ਮਨਾਉਂਦੇ ਹੋ, ਦੀਵਾਲੀ ਮਨਾਉਂਦੇ ਹੋ, ਟੀਚਰ ਡੇ ਮਨਾਉਂਦੇ ਹੋ, ਉਸੇ ਤਰ੍ਹਾਂ ਹੀ ਵਰਲਡ ਟੂਰਿਜ਼ਮ ਡੇ ਵੀ ਮਨਾਇਆ ਜਾਂਦਾ ਹੈ। ਔਰ ਤੁਹਾਡੇ ਟੀਚਰਸ ਨੇ ਤੁਹਾਨੂੰ ਦੱਸਿਆ ਹੋਊਗਾ ਜਿਹੜੇ ਇਹ ਸਬਜੈਕਟ ਪੜ੍ਹ ਰਹੇ ਨੇ ਕਿ ਵਰਲਡ ਟੂਰਿਜ਼ਮ ਡੇ ਦੀਆਂ ਕੀ ਇੰਪੋਰਟੈਂਸ ਹਨ, ਔਰ 27 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। 27 ਸਤੰਬਰ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਹ ਯੂਨਾਈਟਿਡ ਨੈਸ਼ਨਲ ਵਰਲਡ ਟੂਰਿਜ਼ਮ
ਆਰਗੇਨਾਈਜੇਸ਼ਨ ਵੱਲੋਂ ਫਸਟਲੀ ਪਹਿਲੇ 1980 ਈਸਵੀ ਨੂੰ ਮਨਾਇਆ ਗਿਆ ਸੀ। ਤਾਂ 27 ਸਤੰਬਰ ਉਹਨਾਂ ਨੇ ਹੀ ਦਿਨ ਇਹ ਸਿਲੈਕਟ ਕੀਤਾ। ਇਹ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ 27 ਸਤੰਬਰ ਨੂੰ ਇਹਦਾ ਇੱਕ ਦਿਨ ਪੱਕਾ ਰੱਖਿਆ ਹੈ। 1980 ਨੂੰ ਸਭ ਤੋਂ ਪਹਿਲਾਂ ਇਹ ਮਨਾਇਆ ਗਿਆ ਸੀ। ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਇਸ ਦਿਨ ਕੀ ਹੁੰਦਾ ਹੈ, ਵਰਲਡ ਟੂਰਿਜ਼ਮ ਡੇ ਦੀ ਸਪੈਸ਼ਲਿਟੀ ਕੀ ਹੈ। ਵਰਲਡ ਟੂਰਿਜ਼ਮ ਡੇ ਵਾਲੇ ਦਿਨ ਅਸੀਂ ਆਪਣੇ ਸਕੂਲ ਦੇ ਵਿੱਚ ਜਿਸ ਦਿਨ ਹੁੰਦਾ ਉਸ ਦਿਨ ਵੱਖਰੀਆਂ ਜਿਸ ਤਰ੍ਹਾਂ ਮੋਡਲਸ ਬਣਾਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਕਹਿ ਦਿਓ ਕਿ ਫੋਟੋਗ੍ਰਾਫਰੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵਰਲਡ ਟੂਰਿਜ਼ਮ ਡੇ 'ਤੇ, ਐਂਡ ਛੋਟੇ ਮੋਟੇ ਕੰਪੀਟੀਸ਼ਨ ਕਰਵਾਉਂਦੇ ਹਾਂ, ਐਸੇ ਲਿਖੇ ਜਾਂਦੇ ਹਨ, ਔਰ ਹੋਰ ਵੀ ਕਈ ਇਸ ਤਰ੍ਹਾਂ ਦੇ ਪੋਸਟਰ ਲਗਾਏ ਜਾਂਦੇ ਹਨ, ਛੋਟੇ ਮੋਡਲਸ ਬਣਾਏ ਜਾਂਦੇ ਹਨ, ਔਰ ਉਹਨਾਂ ਦਾ ਇੱਕ ਛੋਟਾ ਜਿਹਾ ਫੈਸਟੀਵਲ ਲਗਾਇਆ ਜਾਂਦਾ ਸਕੂਲ ਦੇ ਵਿੱਚ ਤਾਂ ਕਿ ਆਪਣੇ ਸਟਾਫ ਜਾਂ ਆਪਣੇ ਜਿਹੜੇ ਦੂਸਰੀ ਕਲਾਸਿਸ ਦੇ ਸਟੂਡੈਂਟਸ ਉਹਨਾਂ ਨੂੰ ਇਹਦੀ ਇੰਪੋਰਟੈਂਸ ਬਾਰੇ ਦੱਸਿਆ ਜਾਵੇ ਕਿ ਵਰਲਡ ਟੂਰਿਜ਼ਮ ਡੇ ਦਾ ਮਤਲਬ ਕੀ ਹੈ ਔਰ ਇਸੇ ਦਿਨ ਇਹਨੂੰ ਮਨਾਇਆ ਜਾਂਦਾ ਹੈ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਿਸ ਦਿਨ ਵਰਲਡ ਟੂਰਿਜ਼ਮ ਡੇ ਹੁੰਦਾ ਤੁਸੀਂ ਸਕੂਲ ਜਾਂ ਆਪਣੀ ਕਲਾਸ ਦੇ ਵਿੱਚ ਆਪਣੇ ਜਿਹੜੇ ਟੀਚਰਸ ਨੇ ਜਾਂ ਤੁਹਾਡੇ ਸਟੂਡੈਂਟਸ ਜੋ ਫਰੈਂਡ ਨੇ ਉਹਨਾਂ ਨੂੰ ਉਸ ਦਿਨ ਹੈਪੀ ਵਰਲਡ ਟੂਰਿਜ਼ਮ ਡੇ ਵਿਸ਼ ਕਰਨੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਜ ਵਰਲਡ ਟੂਰਿਜ਼ਮ ਡੇ ਹੈ। ਓਕੇ, ਐਂਡ ਨੈਕਸਟ ਇਜ਼ ਸਾਡਾ ਜਿਹੜਾ ਟੂਰਿਸਟ ਹੱਬ ਅੰਮ੍ਰਿਤਸਰ ਹੈ ਉੱਥੇ ਸਾਨੂੰ ਕਿਹੜੀਆਂ ਹੋਰ ਟੂਰਿਸਟ ਪਲੇਸਿਸ ਬਾਰੇ ਪਤਾ ਹੈ। ਅੰਮ੍ਰਿਤਸਰ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਲਗਾ ਸਕਦੇ ਹੋ ਸਭ ਤੋਂ ਜ਼ਿਆਦਾ ਫੇਮਸ ਹੈ ਦਰਬਾਰ ਸਾਹਿਬ ਐਂਡ ਦੁਰਗਿਆਨਾ ਮੰਦਿਰ, ਬਾਘਾ ਬਾਰਡਰ, ਜਲਿਆਂਵਾਲਾ ਬਾਗ। ਇਹ ਸਾਰੇ ਅੰਮ੍ਰਿਤਸਰ ਦੇ ਟੂਰਿਸਟ ਪਲੇਸਿਸ ਹਨ। ਇਹ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਅੰਮ੍ਰਿਤਸਰ ਆਉਣ ਵਾਲੇ ਦਿਨਾਂ 'ਚ ਜਾਂ ਹੁਣ ਵੀ ਟੂਰਿਸਟ ਹੱਬ ਬਣ ਚੁੱਕਾ ਹੈ। ਜਦੋਂ ਟੂਰਿਸਟ ਇੰਡਸਟਰੀ ਕਿਤੇ ਗਰੋ ਕਰਦੀ ਹੈ ਤਾਂ ਉੱਥੋਂ ਦਾ ਬਿਜ਼ਨਸ ਵੀ ਗਰੋ ਕਰਦਾ ਹੈ। ਸੋ ਅਸੀਂ ਨੈਕਸਟ ਗੱਲ ਕਰਾਂਗੇ ਕਿ ਡਿਫਰੈਂਟ ਟਾਈਪ ਆਫ ਟੂਰਿਜ਼ਮ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਔਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਤੁਹਾਡੇ ਸਾਹਮਣੇ ਪਤਾ ਲੱਗ ਰਿਹਾ ਹੈ ਕਿ ਟੂਰਿਜ਼ਮ ਦੀਆਂ ਕਿਸਮਾਂ ਕਿੰਨੀਆਂ ਹਨ, ਟਾਈਪਸ ਆਫ ਟੂਰਿਜ਼ਮ। ਸਭ ਤੋਂ ਪਹਿਲਾਂ ਅਸੀਂ ਐਜੂਕੇਸ਼ਨਲ ਟੂਰਿਜ਼ਮ ਬਾਰੇ ਗੱਲ ਕਰਾਂਗੇ। ਸੋ ਬੇਟਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਐਜੂਕੇਸ਼ਨ ਅਸੀਂ ਪੜ੍ਹਾਈ ਦੇ ਰਿਗਾਰਡਿੰਗ ਗੱਲ ਕਰ ਰਹੇ ਹਾਂ। ਐਜੂਕੇਸ਼ਨ ਟੂਰਿਜ਼ਮ ਉਹ ਟੂਰਿਜ਼ਮ ਹੁੰਦੇ ਹਨ ਜਿਹੜੇ ਬੱਚੇ ਜਾਂ ਕੋਈ ਵੀ ਵਿਅਕਤੀ ਪੜ੍ਹਾਈ ਦੇ ਪਰਪਸ ਲਈ ਆਪਣੇ ਦੇਸ਼ ਜਾਂ ਆਪਣੇ ਸ਼ਹਿਰ ਜਾਂ ਆਪਣੀ ਸਟੇਟ ਤੋਂ ਬਾਹਰ ਕਿਤੇ ਪੜ੍ਹਾਈ ਕਰਨ ਲਈ ਜਾਂਦੇ ਹਨ। ਸੋ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਹਾਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੋਏਗਾ ਕਿ ਮੋਸਟਲੀ ਸਟੂਡੈਂਟਸ ਜਿਹੜੇ ਨੇ ਉਹ ਆਇਲਸ ਕਰਕੇ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਜਾਂਦੇ ਹਨ, ਜਿਸ ਤਰ੍ਹਾਂ ਕੈਨੇਡਾ, ਆਸਟ੍ਰੇਲੀਆ। ਇਹਨਾਂ ਨੂੰ ਅਸੀਂ ਐਜੂਕੇਸ਼ਨਲ ਟੂਰਿਜ਼ਮ ਆਖਦੇ ਹਾਂ। ਔਰ ਇਹਦੇ ਲਈ ਉਹਨਾਂ ਨੂੰ ਕੁਝ ਟੈਸਟ ਵੀ ਦੇਣੇ ਪੈਂਦੇ ਹਨ ਔਰ ਕਾਫੀ ਪੈਸਾ ਵੀ ਉਹਨਾਂ ਦਾ ਲੱਗਦਾ ਹੈ। ਲੇਕਿਨ ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਜਿਹੜੇ ਸਟੂਡੈਂਟਸ ਹੁੰਦੇ ਹਨ ਇਹਨਾਂ ਨੂੰ ਅਸੀਂ ਐਜੂਕੇਸ਼ਨਲ ਟੂਰਿਜ਼ਮ ਆਖਦੇ ਹਾਂ। ਓਕੇ, ਉੱਥੇ ਜਾ ਕੇ ਪੜ੍ਹਨਾ, ਉੱਥੇ ਜਾ ਕੇ ਕਾਲਜ ਦੇ ਵਿੱਚ ਫੀਸ ਦੇਣੀ ਜਾਂ ਹੋਰ ਵੀ ਜਿੰਨੇ ਪ੍ਰੋਸੈਸ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕਰਨਾ ਉਹ ਹੁੰਦੇ ਨੇ ਐਜੂਕੇਸ਼ਨਲ ਟੂਰਿਜ਼ਮ। ਐਂਡ ਸੈਕਿੰਡ ਅਸੀਂ ਦੇਖਦੇ ਹਾਂ ਸਪੋਰਟਸ ਟੂਰਿਜ਼ਮ। ਇਹ ਪਿਕਚਰ ਤੁਸੀਂ ਦੇਖ ਰਹੇ ਹੋ ਸਪੋਰਟਸ ਟੂਰਿਜ਼ਮ ਬੇਟਾ ਉਹ ਹੁੰਦੇ ਹਨ ਜਦੋਂ ਤੁਸੀਂ ਦੇਖ ਰਹੇ ਹੋ ਕਿ ਸਮਟਾਈਮਸ ਕਿਸੇ ਗੇਮ ਦਾ ਵਰਲਡ ਕੱਪ ਹੁੰਦਾ ਹੈ ਜਾਂ ਕੋਈ ਵਿਦੇਸ਼ੀ ਟੀਮ ਸਾਡੇ ਦੇਸ਼ 'ਚ ਆ ਕੇ ਖੇਡਦੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਗੇਮ ਹੋਵੇ, ਫੁੱਟਬਾਲ, ਕ੍ਰਿਕਟ ਜਾਂ ਹਾਕੀ ਜਾਂ ਰੈਸਲਿੰਗ ਜਾਂ ਓਲੰਪਿਕਸ ਹੋਣ, ਉਹਨਾਂ ਨੂੰ ਅਸੀਂ ਸਪੋਰਟਸ ਟੂਰਿਜ਼ਮ ਆਖਦੇ ਹਾਂ। ਜਦੋਂ ਓਲੰਪਿਕਸ ਜਾਪਾਨ 'ਚ ਹੋਣਗੀਆਂ ਤਾਂ ਸਾਡੇ ਜਿਹੜੇ ਇੰਡੀਅਨ ਪਲੇਅਰਸ ਨੇ
ਉਹ ਆਪਣੇ ਕੁਆਲੀਫਾਈ ਹੋਣਗੇ ਓਲੰਪਿਕਸ ਲਈ ਤਾਂ ਉਹ ਇੱਥੋਂ ਜਾਪਾਨ ਲਈ ਜਾਣਗੇ। ਅਸੀਂ ਉਹਨਾਂ ਨੂੰ ਸਪੋਰਟਸ ਟੂਰਿਜ਼ਮ ਆਖਾਂਗੇ। ਇਸ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਹਨ। ਐਂਡ ਨੈਕਸਟ ਅਸੀਂ ਦੇਖਦੇ ਹਾਂ ਮਾਸ ਟੂਰਿਜ਼ਮ। ਜਿਸ ਤਰ੍ਹਾਂ ਬੇਟਾ ਤੁਸੀਂ ਇਹ ਪਿਕਚਰ ਦੇਖ ਰਹੇ ਹੋ, ਮਾਸ ਟੂਰਿਜ਼ਮ ਅਸੀਂ ਉਸ ਟੂਰਿਜ਼ਮ ਨੂੰ ਆਖਦੇ ਹਾਂ ਜਿਹੜਾ ਭੀੜ ਭਾੜ ਵਾਲਾ ਇਲਾਕਾ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਇਹ ਪਿਕਚਰ ਦੇਖੋ ਕਿ ਬੀਚ ਦੇ ਵਿੱਚ ਕਿੰਨੀ ਭੀੜ ਹੈ ਨਾ, ਦੇਖ ਰਹੇ ਹੋ ਨਾ। ਇਹਨਾਂ ਨੂੰ ਅਸੀਂ ਮਾਸ ਟੂਰਿਜ਼ਮ ਆਖਦੇ ਹਾਂ, ਜਿੱਥੇ ਸੀਜ਼ਨ ਦੇ ਹਿਸਾਬ ਨਾਲ ਲੋਕ ਇਕੱਠੇ ਹੁੰਦੇ ਹਨ। ਸੀਜ਼ਨ ਦੇ ਹਿਸਾਬ ਨਾਲ ਲੋਕ ਇਕੱਠੇ ਹਨ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੀਚ ਹੈ, ਗਰਮੀਆਂ ਦਾ ਟਾਈਮ ਹੈ, ਇੱਥੇ ਲੋਕ ਆਏ ਹਨ ਆਪਣਾ ਇੰਜੋਏਮੈਂਟ ਕਰਨ ਲਈ ਔਰ ਘੁੰਮਣ ਫਿਰਨ ਲਈ, ਔਰ ਖਾਣ ਪੀਣ ਦਾ ਜੋ ਵੀ ਇੰਤਜ਼ਾਮ ਹੈ, ਔਰ ਕਿੰਨੀ ਭੀੜ ਹੈ। ਪਬਲਿਕ ਏਰੀਆ ਜਿਹਨੂੰ ਉਹਨੂੰ ਅਸੀਂ ਮਾਸ ਟੂਰਿਜ਼ਮ ਕਹਾਂਗੇ। ਇਹ ਜ਼ਰੂਰ ਇਹ ਨਹੀਂ ਹੈ ਕਿ ਬੀਚ 'ਤੇ ਹੀ ਹੋ ਸਕਦਾ, ਕੋਈ ਧਾਰਮਿਕ ਸਥਾਨ ਵੀ ਹੋ ਸਕਦਾ, ਕੋਈ ਕਾਲਜ ਯੂਨੀਵਰਸਿਟੀ ਵੀ ਹੋ ਸਕਦੀਆਂ ਹਨ। ਜਿੱਥੇ ਭੀੜ ਭਾੜ ਵਾਲੇ ਜਿਹੜੇ ਕਰਾਊਡਿਡ ਏਰੀਆ ਹੁੰਦੇ ਹਨ, ਉਹਨਾਂ ਨੂੰ ਅਸੀਂ ਮਾਸ ਟੂਰਿਜ਼ਮ ਆਖਦੇ ਹਨ। ਐਂਡ ਦੈਨ ਨੈਕਸਟ ਇਜ਼ ਰਿਲੀਜੀਅਸ ਟੂਰਿਜ਼ਮ। ਰਿਲੀਜੀਅਸ ਟੂਰਿਜ਼ਮ ਉਹ ਟੂਰਿਜ਼ਮ ਹੈ ਜਿਹੜਾ ਕਿ ਧਰਮ ਦੇ ਰਿਗਾਰਡਿੰਗ ਹੁੰਦਾ ਹੈ। ਧਰਮ ਦੇ ਰਿਗਾਰਡਿੰਗ ਕਿਹੜਾ ਹੁੰਦਾ ਹੈ ਬੇਟਾ? ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਦੱਸ ਰਹੇ ਹਾਂ, ਜਦੋਂ ਪੰਜਾਬ 'ਚ ਤੁਸੀਂ ਯਾਦ ਕਰੋ ਕਿ ਅਨੰਦਪੁਰ ਸਾਹਿਬ ਮੇਲਾ ਲੱਗਦਾ ਹੈ, ਤਾਂ ਇੱਥੋਂ ਕਾਫੀ ਲੋਕ ਆਪਣੇ ਗੱਡੀਆਂ ਟਰਾਲੀਆਂ 'ਤੇ ਜਾਂਦੇ ਹਨ ਅਨੰਦਪੁਰ ਸਾਹਿਬ। ਉਹਨਾਂ ਨੂੰ ਅਸੀਂ ਕਹਾਂਗੇ ਰਿਲੀਜੀਅਸ ਟੂਰਿਜ਼ਮ। ਉਹਨਾਂ ਨੂੰ ਅਸੀਂ ਰਿਲੀਜੀਅਸ ਟੂਰਿਜ਼ਮ ਆਖਾਂਗੇ। ਔਰ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਸਾਊਦੀ ਅਰਬ ਦੇ ਮੱਕਾ ਮਦੀਨਾ ਦੇ ਵਿੱਚ ਉੱਥੇ ਜਿਸ ਦਿਨ ਮੱਕਾ ਮਦੀਨਾ ਦਾ ਮੇਲਾ ਲੱਗਦਾ ਹੈ, ਉੱਥੋਂ ਵਿਦੇਸ਼ਾਂ ਤੋਂ ਟੂਰਿਜ਼ਮ ਜਾਂਦੇ ਹਨ। ਜਦੋਂ ਵਿਦੇਸ਼ਾਂ ਤੋਂ ਟੂਰਿਜ਼ਮ ਜਾਂਦੇ ਹਨ, ਕਾਫੀ ਭੀੜ ਭੜੱਕਾ ਹੁੰਦਾ ਹੈ। ਜਾਂ ਤੁਸੀਂ ਹਿੰਦੂ ਧਰਮ ਦੀ ਗੱਲ ਕਰੋ, ਕੁੰਭ ਦਾ ਮੇਲਾ ਲੱਗਦਾ ਹੈ ਯੂਪੀ ਦੇ ਵਿੱਚ, ਉਹਨੂੰ ਅਸੀਂ ਰਿਲੀਜੀਅਸ ਟੂਰਿਜ਼ਮ ਕਹਾਂਗੇ। ਉਹ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਗਿਣਿਆ ਜਾਂਦਾ ਹੈ। ਐਂਡ ਲਾਸਟ ਇਜ਼ ਮੈਡੀਕਲ ਟੂਰਿਜ਼ਮ। ਮੈਡੀਕਲ ਟੂਰਿਜ਼ਮ, ਜਿਸ ਤਰ੍ਹਾਂ ਮੈਡੀਕਲ ਤੋਂ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਨੂੰ ਆਪਣੀ ਕੋਈ, ਜਿਸ ਤਰ੍ਹਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ, ਜਿੱਦਾਂ ਕੈਂਸਰ ਹੋ ਗਈ, ਜਿਹੜੀਆਂ ਵੱਡੀਆਂ ਵੱਡੀਆਂ ਪ੍ਰੋਬਲਮਸ ਹੁੰਦੀਆਂ, ਕੋਈ ਹਾਰਟ ਦੀ ਪ੍ਰੋਬਲਮ ਹੋ ਗਈ ਹੈ ਨਾ, ਉਹ ਤੁਹਾਡੇ ਲਾਗੇ ਛਾਗੇ ਕਿਤੇ ਕੋਈ ਵਧੀਆ ਡਾਕਟਰ ਜਾਂ ਹੌਸਪੀਟਲ ਨਹੀਂ ਹੈ, ਤਾਂ ਤੁਸੀਂ ਆਪਣਾ ਇਲਾਜ ਕਰਾਉਣ ਲਈ ਆਪਣੇ ਦੇਸ਼ ਜਾਂ ਆਪਣੇ ਸ਼ਹਿਰ ਤੋਂ ਬਾਹਰ ਜਾਣਾ ਹੈ, ਉਸ ਨੂੰ ਅਸੀਂ ਮੈਡੀਕਲ ਟੂਰਿਜ਼ਮ ਆਖਦੇ ਹਾਂ। ਸੋ ਇਹ ਜਿਹੜੀਆਂ ਸਾਰੀਆਂ ਤੁਹਾਨੂੰ ਮੈਂ ਟੂਰਿਜ਼ਮ ਦੀਆਂ ਡਿਫਰੈਂਟ ਟਾਈਪਸ ਦੱਸੀਆਂ ਹਨ, ਇਹ 5 ਤਰ੍ਹਾਂ ਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਡਿਫਰੈਂਟ ਟਾਈਪ ਆਫ ਟੂਰਿਜ਼ਮ ਦੱਸੀਆਂ ਹਨ। ਮੈਡੀਕਲ ਟੂਰਿਜ਼ਮ ਜਿਹੜਾ ਲਾਸਟ 'ਤੇ ਤੁਹਾਨੂੰ ਡਿਸਕਸ ਕੀਤਾ, ਮੈਡੀਕਲ ਟੂਰਿਜ਼ਮ ਇਹ ਕਿ ਜੇ ਤੁਹਾਨੂੰ ਕਿਤੇ ਲਾਗੇ ਛਾਗੇ ਕੋਈ ਨਹੀਂ ਵਧੀਆ ਡਾਕਟਰ ਮਿਲਿਆ, ਤਾਂ ਜੇ ਤੁਸੀਂ ਆਪਣਾ ਇਲਾਜ ਵਧੀਆ ਕਰਾਉਣਾ ਚਾਹੁੰਦੇ ਹੋ, ਤਾਂ ਜਾਂ ਇਲਾਜ ਲਈ ਆਪਣੇ ਵਾਸਤੇ ਕਿਤੇ ਦੂਸਰੀ ਸਟੇਟ ਜਾਂ ਦੇਸ਼ ਤੋਂ ਬਾਹਰ ਜਾਣਾ ਹੋਵੇ, ਤਾਂ ਉਸ ਨੂੰ ਅਸੀਂ ਮੈਡੀਕਲ ਟੂਰਿਜ਼ਮ ਆਖਦੇ ਹਾਂ। ਸੋ ਇੰਪੋਰਟੈਂਸ ਕੀ ਹੈ ਟੂਰਿਜ਼ਮ ਦੀ? ਇੰਪੋਰਟੈਂਸ ਇਹ ਹੈ ਕਿ ਜਦੋਂ ਤੁਸੀਂ ਜਾਣਦੇ ਹੋ ਕਿ ਅੱਜ ਦੇ ਦਿਨ 'ਤੇ ਇੰਡਸਟਰੀ ਟੂਰਿਜ਼ਮ ਬਹੁਤ ਗਰੋ ਕਰ ਰਹੀ ਹੈ। ਹੁਣ ਤੁਸੀਂ ਦੇਖੋ ਕਿ ਟੂਰਿਜ਼ਮ ਜਿਹੜਾ ਹੈ, ਉਹ ਜਦੋਂ ਅਸੀਂ ਕਿਤੇ ਟੂਰਿਜ਼ਮ ਘੁੰਮਣ ਫਿਰਨ ਲਈ ਕਿਤੇ ਜਾਂਦੇ ਹਾਂ, ਸਾਨੂੰ ਉੱਥੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਉੱਥੋਂ ਦੇ ਕਲਚਰ ਦਾ ਪਤਾ ਲੱਗਦਾ ਹੈ, ਸਾਨੂੰ ਉੱਥੋਂ ਦੇ ਖਾਣੇ ਦਾ ਪਤਾ ਲੱਗਦਾ ਹੈ, ਸਾਨੂੰ ਉੱਥੋਂ ਦੇ ਪਹਿਰਾਵੇ ਦਾ ਪਤਾ ਲੱਗਦਾ ਹੈ, ਸਾਨੂੰ ਉੱਥੋਂ ਦੀ ਲੈਂਗੁਏਜ ਦਾ ਪਤਾ ਲੱਗਦਾ ਹੈ ਕਿ ਉੱਥੋਂ ਦੀ ਲੈਂਗੁਏਜ ਕੀ ਹੈ ਨਾ। ਸੋ ਜਿਸ ਤਰ੍ਹਾਂ ਅਸੀਂ ਪੰਜਾਬੀ ਹਾਂ, ਅਸੀਂ ਗੁਜਰਾਤ 'ਚ ਜਾਵਾਂਗੇ, ਸਾਨੂੰ ਉੱਥੋਂ ਦੀ ਲੈਂਗੁਏਜ, ਕਲਚਰ, ਫੂਡ ਐਂਡ ਜੋ ਵੀ ਹੋਰ ਐਕਟੀਵਿਟੀ ਉਹਦੇ ਬਾਰੇ ਪਤਾ ਲੱਗੇਗਾ। ਔਰ ਜਦੋਂ ਅਸੀਂ ਜਾਵਾਂਗੇ, ਸਾਨੂੰ ਉਹਦੇ ਬਾਰੇ ਨੌਲੇਜ ਮਿਲੇਗੀ ਕਿ ਹਾਂਜੀ ਇੱਥੋਂ ਦੇ ਲੋਕ ਕਿਸ ਤਰ੍ਹਾਂ ਦੀ ਬੋਲੀ ਬੋਲਦੇ ਹਨ, ਇਹਨਾਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੈ, ਔਰ ਇਹਨਾਂ ਦਾ ਖਾਣਾ ਕਿਸ ਤਰ੍ਹਾਂ ਦਾ ਹੈ। ਸੋ ਇੱਕ ਜਿਸ ਤਰ੍ਹਾਂ ਦੀ ਤੁਹਾਡੇ ਸਕੂਲਾਂ ਦੇ ਵਿੱਚ ਇਹ ਪੜ੍ਹਾਈ ਸ਼ੁਰੂ ਹੋ ਗਈ ਹੈ, ਇਹ ਤੁਹਾਡੇ ਲਈ ਬਹੁਤ ਹੀ ਇੱਕ ਜ਼ਰੂਰੀ ਹੈ। ਇਹਨੂੰ ਧਿਆਨ ਨਾਲ, ਇਹਨੂੰ ਸੀਰੀਅਸਲੀ ਲਓ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਟੂਰਿਜ਼ਮ ਇੰਡਸਟਰੀ ਗਰੋ ਕਰ ਰਹੀ ਹੈ, ਤੁਹਾਡੇ ਲਈ ਜੋਬ ਦੀ ਆਪਸ਼ਨਸ ਕਾਫੀ ਹੈ। ਔਰ ਜੋਬ ਮਿਲੇਗੀ ਤਾਂ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰ ਸਕੋਗੇ।
ਜੇ ਤੁਹਾਨੂੰ 1 ਸਾਲ ਜਾਂ 2 ਸਾਲ ਦਾ ਐਕਸਪੀਰੀਅੰਸ ਹੁੰਦਾ ਹੈ ਤਾਂ ਜਦੋਂ ਐਕਸਪੀਰੀਅੰਸ ਹੋ ਜਾਏਗਾ ਤਾਂ ਫਿਰ ਤੁਹਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜੋਬ ਕਾਫੀ ਮਿਲ ਸਕਦੀ ਹੈ। ਹੁਣ ਜਿਸ ਤਰ੍ਹਾਂ ਟੂਰਿਸਟ ਗਾਈਡ ਦੀ ਜੋਬ ਮਿਲ ਸਕਦੀ ਹੈ, ਟਰੈਵਲ ਏਜੰਟ ਦੀ ਜੋਬ ਮਿਲ ਸਕਦੀ ਹੈ, ਕਿਸੇ ਟਰੈਵਲ ਏਜੰਸੀ 'ਚ ਜੋਬ ਮਿਲ ਸਕਦੀ ਹੈ। ਸੋ ਟੂਰਿਜ਼ਮ ਇੰਡਸਟਰੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਲਈ ਬਹੁਤ ਹੈਲਪਫੁਲ ਹੈ ਔਰ ਇਸ ਕਰਕੇ ਇਸ ਇੰਡਸਟਰੀ ਨੂੰ ਵੱਧ ਤੋਂ ਵੱਧ ਸੀਰੀਅਸਲੀ ਲਓ, ਵੱਧ ਤੋਂ ਵੱਧ ਆਪਣਾ ਪੜ੍ਹਾਈ ਵਿੱਚ ਧਿਆਨ ਲਗਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜੋਬ ਦੀ ਕਮੀ ਨਾ ਰਹਿ ਸਕੇ ਔਰ ਟੂਰਿਜ਼ਮ ਇੰਡਸਟਰੀ ਦਾ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਫਿਊਚਰ ਬਰਾਈਟ ਹੀ ਲੱਗੇਗਾ। ਸੋ ਆਈ ਹੋਪ ਤੁਸੀਂ ਸਾਰੇ ਬੱਚੇ ਇਸ ਵੀਡੀਓ ਨੂੰ ਦੇਖ ਕੇ ਕਾਫੀ ਕੁਝ ਸਿੱਖਿਆ ਹੋਵੇਗਾ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਪੜ੍ਹਾਈ ਦੀ ਰਿਗਾਰਡਿੰਗ ਵੀ ਸੀਰੀਅਸ ਹੋਵੋਗੇ ਔਰ ਟੂਰਿਜ਼ਮ ਇੰਡਸਟਰੀ ਬਾਰੇ ਕਾਫੀ ਕੁਝ ਨੌਲੇਜ ਪ੍ਰਾਪਤ ਰੱਖੋਗੇ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਸੋ ਮਚ।